हाँ जी, सत श्री अकाल दोस्तों, ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਅੱਜ ਆਪਾਂ ਜੀ ਕੌਂਸਟੀਟਿਊਸ਼ਨ ਅਮੈਂਡਮੈਂਟ ਬਾਰੇ ਪੜ੍ਹਾਂਗੇ, ਸੰਵਿਧਾਨ ਸੰਸ਼ੋਧਨ ਬਾਰੇ। ਠੀਕ ਆ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆਪਣਾ। ਇਹ ਤੋਂ ਪਹਿਲਾਂ ਮੈਂ ਤੁਹਾਨੂੰ 3 ਵੀਡੀਓ ਪਾ ਚੁੱਕਿਆ, ਪੋਲਿਟੀ ਬਾਰੇ, ਰਾਸ਼ਟਰਪਤੀ ਬਾਰੇ, ਸੰਸਦ ਬਾਰੇ ਅਤੇ ਸੁਪਰੀਮ ਕੋਰਟ ਬਾਰੇ। ਉਹ ਆਪਣੀ ਪੋਲਿਟੀ ਦੀ ਪਲੇਲਿਸਟ ਬਣਾਈ ਹੋਈ ਆ, ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਨੇ। ਠੀਕ ਹੈ ਜੀ, ਤੁਹਾਨੂੰ ਸਾਰੇ ਡਿਟੇਲ ਵਿੱਚ ਕਰਾ ਰਿਹਾ, ਇਸ ਕਰਕੇ ਵੀ ਧਿਆਨ ਨਾਲ ਦੇਖ ਲਓ। ਅੱਜ ਆਪਾਂ ਅਮੈਂਡਮੈਂਟ ਬਾਰੇ ਪੜ੍ਹਾਂਗੇ, ਸੰਸ਼ੋਧਨ ਬਾਰੇ ਸੰਵਿਧਾਨ ਵਿੱਚ। ਠੀਕ ਆ ਜੀ, ਜਿੰਨੇ ਵੀ ਇੰਪੋਰਟੈਂਟ ਇਕੱਲੇ ਇੰਪੋਰਟੈਂਟ ਸੰਸ਼ੋਧਨ ਪੜ੍ਹਾਊਂ, ਬੇਕਾਰ ਦੇ ਨਹੀਂ ਪੜ੍ਹਾਉਂਦਾ। ਠੀਕ ਹੈ ਜੀ, ਜਿੰਨੇ ਵੀ ਇੰਪੋਰਟੈਂਟ ਸੰਸ਼ੋਧਨ ਹੋਇਆਗੇ ਸਿਰਫ ਉਹੀ ਪੜ੍ਹਾਂਗੇ ਅਤੇ ਟ੍ਰਿਕ ਨਾਲ ਪੜ੍ਹਾਂਗੇ ਵੀ ਤੁਹਾਡੇ ਯਾਦ ਰਹਿ ਜੇ। ਟ੍ਰਿਕ ਨਾਲ ਪੜ੍ਹਾਂਗੇ, ਟ੍ਰਿਕ ਨਾਲ ਸੰਸ਼ੋਧਨ ਪੜ੍ਹਾਂਗੇ ਅਤੇ ਸੀਰੀਜ਼ ਵਾਈਜ਼ ਪੜ੍ਹਾਂਗੇ, ਤੁਹਾਡੇ ਹਮੇਸ਼ਾ ਯਾਦ ਰਹਿਣਗੇ। ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ, ਧਿਆਨ ਨਾਲ ਸੁਣ ਲਿਓ ਅਤੇ ਲਾਸਟ ਤੱਕ ਦੇਖ ਲਿਓ। ਠੀਕ ਆ ਜੀ, ਤਾਂ ਚਲੋ ਜੀ ਫਿਰ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਹਾਂਜੀ, ਪਹਿਲਾ ਪ੍ਰਸ਼ਨ ਦੇਖੋ ਜੀ, ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕਿਹੜੇ ਆਰਟੀਕਲ ਤਹਿਤ ਹੁੰਦਾ ਹੈ? ਹਾਂਜੀ, ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਦਾ ਆਨਸਰ। ਤਾਂ ਆਪਸ਼ਨ ਨੰਬਰ ਸੀ 368 ਨੰਬਰ ਆਰਟੀਕਲ ਤਹਿਤ ਆਪਾਂ ਸੰਸ਼ੋਧਨ ਕਰ ਸਕਦੇ ਹਾਂ ਸੰਵਿਧਾਨ ਵਿੱਚ। ਠੀਕ ਹੈ, ਸਾਰਿਆਂ ਨੂੰ ਪਤਾ। ਅਤੇ ਪ੍ਰਸ਼ਨ ਆਉਂਦਾ ਹੁੰਦਾ ਕਿੱਥੋਂ ਲੈਤਾ ਗਿਆ ਜੀ ਆਪਣਾ ਸੰਵਿਧਾਨ ਸੰਸ਼ੋਧਨ ਕਰਨ ਦਾ ਜਿਹੜੀ ਪ੍ਰਕਿਰਿਆ ਹੈਗੀ ਹੈ ਕਿਹੜੇ ਦੇਸ਼ ਤੋਂ ਲੈਤੀ ਗਈ ਹੈ? ਇਹ ਅਫਰੀਕਾ ਤੋਂ ਲੈਤੀ ਗਈ ਹੈ। ਠੀਕ ਹੈ ਜੀ, ਇਹ ਅਫਰੀਕਾ ਤੋਂ ਲੈਤੀ ਗਈ ਹੈ। ਠੀਕ ਹੈ ਜੀ, ਇਹ ਪ੍ਰਸ਼ਨ ਆਉਂਦਾ ਹੁੰਦਾ। ਅਤੇ ਇੱਕ ਪ੍ਰਸ਼ਨ ਆਉਂਦਾ ਹੁੰਦਾ ਕਿ ਸੰਵਿਧਾਨ ਸੰਸ਼ੋਧਨ ਕਿਸ ਦੁਆਰਾ ਕੀਤਾ ਜਾਂਦਾ? ਤਾਂ ਇਹ ਇਕੱਲੀ ਸੰਸਦ ਕਰ ਸਕਦੀ ਹੈ। ਠੀਕ ਹੈ ਜੀ, ਇਹਨੂੰ ਸੰਸਦ ਵਿੱਚ ਕੀ ਹੁੰਦਾ, ਮੈਂ ਕਿਉਂ ਹੁੰਦੇ, ਲੋਕ ਸਭਾ ਅਤੇ ਰਾਜ ਸਭਾ ਹੁੰਦੀ ਆ। ਠੀਕ ਹੈ, ਸੰਸਦ ਵਿੱਚ ਲੋਕ ਸਭਾ ਅਤੇ ਰਾਜ ਸਭਾ ਨੂੰ ਮਿਲ ਕੇ ਬਣਦੀ ਹੈ ਅਤੇ ਰਾਸ਼ਟਰਪਤੀ ਵੀ ਹੁੰਦਾ। ਇਹ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਡਿਟੇਲ ਵਿੱਚ ਪਹਿਲਾਂ ਪੜ੍ਹਾ ਚੁੱਕਿਆ, ਤੁਸੀਂ ਪਲੇ ਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਤਾਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 2 ਦੇਖੋ ਜੀ, ਪਹਿਲਾ ਸੰਵਿਧਾਨ ਸੰਸ਼ੋਧਨ ਕਦੋਂ ਕੀਤਾ ਗਿਆ? ਹਾਂਜੀ, ਕਦੋਂ ਕੀਤਾ ਗਿਆ? ਤਾਂ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ 1951 ਨੂੰ ਕੀਤਾ ਗਿਆ। ਠੀਕ ਹੈ ਜੀ, ਬਿਲਕੁਲ ਰਾਈਟ ਆਨਸਰ ਆ ਜੂ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਪਣਾ। ਅਤੇ ਵੀ ਕੀ ਕੀਤਾ ਗਿਆ ਸੀ? ਪਹਿਲਾਂ ਆਪਣੀਆਂ 8 ਅਨੁਸੂਚੀਆਂ ਹੁੰਦੀਆਂ ਸੀ ਜਦੋਂ ਆਪਣਾ ਡਰਾਫਟ ਬਣਿਆ ਸੀ ਸੰਵਿਧਾਨ ਦਾ 1948 ਵਿੱਚ। ਠੀਕ ਹੈ ਜੀ, 8 ਹੁੰਦੀਆਂ ਸੀ ਅਨੁਸੂਚੀਆਂ ਅਤੇ ਉਹਨੂੰ 9 ਕਰ ਦਿੱਤਾ ਗਿਆ ਸੀ। ਇੱਕ ਅਨੁਸੂਚੀ ਨੂੰ ਵਧਾ ਤਾ ਸੀਗਾ। ਵਧਾ ਕੇ ਕੀ ਉਹਦੇ ਅਨੁਸੂਚੀ ਵਿੱਚ ਕੀ ਲਿਖਿਆ ਗਿਆ ਸੀ ਵੀ ਜਿਹੜਾ ਆਪਣੇ ਕ੍ਰਿਸ਼ੀ ਕਾਨੂੰਨ ਨੇਗੇ, ਖੇਤੀ ਕਾਨੂੰਨ ਨੇ, ਕ੍ਰਿਸ਼ੀ ਕਾਨੂੰਨ ਨੇਗੇ, ਅੱਗੇ ਉਹਨਾਂ ਨੂੰ ਚੁਣੌਤੀ ਦੇ ਸਕਦਾ ਸੀ। ਫਿਰ ਹੁਣ ਜੇ ਉਹਨਾਂ ਵਿੱਚ ਕ੍ਰਿਸ਼ੀ ਕਾਨੂੰਨਾਂ ਵਿੱਚ ਕੋਈ ਜੇ ਆਪਾਂ ਬਦਲਾਅ ਕਰੀਏ ਤਾਂ ਉਹਨਾਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਠੀਕ ਹੈ ਜੀ, ਜਿਵੇਂ ਅੱਜ ਕੱਲ੍ਹ ਸਰਕਾਰ ਕਰ ਰਹੀ ਹੈਗੀ, ਤਾਂ ਕਰ ਜੇ ਚੁਣੌਤੀ ਦੇ ਸਕਦਾ ਹੁੰਦਾ ਤਾਂ ਆਪਾਂ ਫਿਰ ਸੁਪਰੀਮ ਕੋਰਟ ਵਿੱਚ ਜਾ ਕੇ ਐਡਾ ਰੌਲੀ ਨਾ ਪੈਂਦਾ, ਕਿਸਾਨ ਉੱਥੇ ਜਾਂਦੇ ਹੀ ਨਾ। ਠੀਕ ਹੈ ਜੀ, ਇਸ ਕਰਕੇ ਚੁਣੌਤੀ ਨਹੀਂ ਦੇ ਸਕਦੇ। ਇਹ ਕਦੋਂ ਕੀਤੀ ਗਿਆ ਸੰਸ਼ੋਧਨ? 1951 ਵਿੱਚ ਕੀਤਾ ਗਿਆ, ਜਿਸ ਕਰਕੇ ਅੱਜ ਸਰਕਾਰ ਫਾਇਦਾ ਚੁੱਕ ਰਹੀ ਹੈ ਉਹਦਾ। ਠੀਕ ਹੈ ਜੀ, ਇਹ ਸਾਰੀ ਗੱਲ ਤੁਸੀਂ ਨੋਟ ਕਰ ਲਓ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਤੀਜਾ ਪ੍ਰਸ਼ਨ ਦੇਖੋ ਜੀ, 16ਵਾਂ ਸੰਵਿਧਾਨ ਸੰਸ਼ੋਧਨ ਕਦੋਂ ਹੋਇਆ? ਹਾਂਜੀ, ਕਦੋਂ ਹੋਇਆ? ਤਾਂ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ 1963 ਵਿੱਚ ਹੋਇਆ। ਆ ਜਿੰਨੇ ਵੀ ਤੁਹਾਨੂੰ ਨੰਬਰ ਲਿਖਾ ਲਿਆ ਨਾ, ਇਹਨਾਂ ਨੂੰ ਯਾਦ ਕਰ ਲਓ। 16ਵਾਂ ਬਹੁਤ ਇੰਪੋਰਟੈਂਟ ਆ, 1963 ਨੂੰ ਹੋਇਆ। ਠੀਕ ਹੈ ਜੀ, ਬਿਲਕੁਲ ਰਾਈਟ ਆਨਸਰ ਆ ਜਾਊਗਾ। ਅਤੇ 5 ਅਕਤੂਬਰ ਨੂੰ ਹੋਇਆ ਸੀ, ਇਹ ਵੀ ਤੁਸੀਂ ਯਾਦ ਰੱਖ ਲਓ। 5 ਅਕਤੂਬਰ ਨੂੰ 1963 ਨੂੰ ਹੋਇਆ ਸੀ। ਕੀ ਹੋਇਆ ਸੀਗਾ ਬਈ? ਇਹਦੇ ਵਿੱਚ ਹੋਇਆ ਸੀ ਵੀ ਜੇ ਕੋਈ ਜਿਹੜਾ ਆਪਣਾ ਰਾਜ ਆ, ਸੂਬਾ ਇਹ ਅਲੱਗ ਹੋਣਾ ਚਾਹੁੰਦਾ ਗਾ, ਵੀ ਮੰਨ ਲਓ ਵੀ ਜੇ ਕੋਈ ਸੂਬਾ ਕਹੇ ਵੀ ਅਸੀਂ ਦੇਸ਼ ਤੋਂ ਹੀ ਅਲੱਗ ਹੋਣਾ, ਭਾਰਤ ਤੋਂ ਹੀ ਅਲੱਗ ਹੋਣਾ, ਜਿਵੇਂ ਤਾਮਿਲਨਾਡੂ ਵਾਲੇ ਕਹਿੰਦਾ ਵੀ ਅਸੀਂ ਤਾਂ ਭਾਰਤ ਤੋਂ ਹੀ ਅਲੱਗ ਹੋ ਜਾਣਾ ਗਾ, ਤਾਂ ਉਹਨੂੰ ਗੈਰ ਅਧਿਕਾਰ ਨਹੀਂ ਹੈਗਾ, ਅਸੰਵਿਧਾਨਿਕ ਹੁੰਦਾ ਨਾ, ਅਸੰਵਿਧਾਨਿਕ ਕਹਿ ਸਕਦੇ ਉਹਨੂੰ ਬਈ ਆਪਾਂ, ਵੀ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ, ਜਾਂ ਉਹਦੇ ਮੁਕੱਦਮਾ ਵੀ ਚੱਲ ਸਕਦਾ, ਵੀ ਉਹ ਸੂਬੇ 'ਤੇ ਕੋਈ ਮੁਕੱਦਮਾ ਵੀ ਚੱਲ ਸਕਦਾ ਗਾ। ਇਹ ਉਦੋਂ ਕੀਤਾ ਗਿਆ ਸੀ। ਇਦੋਂ ਪਹਿਲਾਂ ਇਹ ਕਹਿ ਸਕਦਾ ਹੁੰਦਾ ਸੀ ਵੀ ਅਸੀਂ ਅਲੱਗ ਹੋ ਸਕਦੇ ਹਾਂ। ਇਸ ਕਰਕੇ 1963 ਵਿੱਚ ਕਹਿਤਾ ਸੀਗਾ ਇਹ ਵੀ ਜੇ ਕੋਈ ਰਾਜ ਜਾਂ ਸੂਬਾ ਕਹੂ ਵੀ ਅਸੀਂ ਅਲੱਗ ਹੋਣਾ ਗਾ, ਵੀ ਅਸੀਂ ਤਾਂ ਦੇਸ਼ ਤੋਂ ਹੀ ਅਲੱਗ ਹੋਣਾ, ਉਹਨੂੰ ਵੀ ਅਵੈਧ ਘੋਸ਼ਿਤ ਕਰ ਦਿੱਤਾ ਜਾਊਗਾ। ਠੀਕ ਹੈ ਜੀ, ਇਹ 1963 ਵਿੱਚ ਕਿਹਾ ਸੀ। ਸਾਰਿਆਂ ਨੂੰ ਨੋਟਿਸ ਕਰ ਲਓ, ਇਹ ਬਹੁਤ ਇੰਪੋਰਟੈਂਟ ਹੈ ਜਿਹੜੇ ਵੀ ਤੁਹਾਨੂੰ ਕਰਾ ਰਿਹਾ ਮੈਂ ਸੰਸ਼ੋਧਨ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਚੌਥਾ ਪ੍ਰਸ਼ਨ ਦੇਖੋ ਜੀ, ਮਿੰਨੀ ਸੰਵਿਧਾਨ ਕਿਸ ਨੂੰ ਕਿਹਾ ਜਾਂਦਾ ਹੈ? ਕਿਸ ਨੂੰ ਕਿਹਾ ਜਾਂਦਾ? ਬਹੁਤ ਹੀ ਜ਼ਿਆਦਾ, ਜਿੰਨਾ ਵੀ ਕਹਿ ਦਿਓ ਓਨਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ, ਜਿੰਨਾ ਵੀ ਕਹਿ ਦਿਓ। ਠੀਕ ਹੈ ਜੀ, ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਤੁਹਾਡਾ ਆਪਸ਼ਨ ਨੰਬਰ B 42ਵਾਂ ਸੰਸ਼ੋਧਨ ਨੂੰ ਕਿਹਾ ਜਾਂਦਾ। ਬਿਲਕੁਲ ਰਾਈਟ ਆਨਸਰ ਆ ਜੀ, 42ਵਾਂ ਸੰਸ਼ੋਧਨ। ਜਿੰਨਾ ਕਹਿ ਦਿਓ ਓਨਾ ਜ਼ਿਆਦਾ ਇੰਪੋਰਟੈਂਟ ਆ, ਇਸ ਤੋਂ ਵੱਧ ਕੋਈ ਇੰਪੋਰਟੈਂਟ ਮੈਨੂੰ ਤਾਂ ਲੱਗਦਾ ਨਹੀਂ, ਤਾਂ ਕਰਕੇ ਇਹਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ ਹੈ ਜੀ, ਕਿਉਂਕਿ ਇਹੋ ਜਿਹੀਆਂ ਜ਼ਿਆਦਾ ਚੀਜ਼ਾਂ ਐਡ ਕੀਤੀਆਂ ਗਈਆਂ ਸੀ 42ਵੇਂ ਸੰਸ਼ੋਧਨ ਤਹਿਤ। ਕੀ ਐਡ ਕੀਤਾ ਗਿਆ ਸੀ? ਇੱਕ ਤਾਂ ਮੇਨ ਗੱਲ ਰੱਖ ਲਿਓ ਵੀ ਜਿਹੜੇ ਆਪਣੇ ਮੂਲ ਕਰਤੱਵ ਨੇਗੇ, ਉਹ 42ਵੇਂ ਸੰਸ਼ੋਧਨ ਮੂਲ ਕਰਤੱਵ ਨੇਗੇ, ਇਹ 42ਵੇਂ ਸੰਸ਼ੋਧਨ ਤਹਿਤ ਐਡ ਕੀਤੇ ਗਏ ਸੀ। ਠੀਕ ਆ ਜੀ, ਇਹ ਤੁਸੀਂ ਨੋਟ ਕਰ ਲਿਆ। ਇੱਕ ਤਾਂ ਮੂਲ ਕਰਤੱਵ 42ਵੇਂ ਸੰਸ਼ੋਧਨ ਤਹਿਤ ਐਡ ਕੀਤੇ ਗਏ ਸੀਗੇ। ਇਹ ਮੂਲ ਕਰਤੱਵ ਇੱਕ ਆਉਂਦਾ ਆਰਟੀਕਲ ਕਿਹੜੇ ਵਿੱਚ ਰੱਖੇ ਗਏ ਸੀ? ਇਹ 51A ਆਰਟੀਕਲ ਵਿੱਚ ਰੱਖੇ ਗਏ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਰਟੀਕਲ ਆ।
51 ਏ 42ਵੇਂ ਸੰਸ਼ੋਧਨ ਤਹਿਤ ਮੂਲ ਕਰਤੱਵ ਐਡ ਕੀਤੇ ਗਏ ਸੀ। 51 ਏ ਆਰਟੀਕਲ ਤਹਿਤ ਵਿੱਚ ਰੱਖੇ ਗਏ ਨੇ। ਠੀਕ ਹੈ ਜੀ, ਇਹ ਗੱਲ ਨੋਟ ਕਰ ਲਈ। ਅਤੇ ਇੱਕ ਜਿਹੜੀ ਆਪਾਂ ਨੂੰ ਪ੍ਰਸਤਾਵਨਾ ਹੁੰਦੀ ਹੈ, ਸੰਵਿਧਾਨ ਦੀ ਪ੍ਰਸਤਾਵਨਾ ਨਹੀਂ ਹੁੰਦੀ, ਉਹਦੇ ਵਿੱਚ ਕੁਛ ਸ਼ਬਦ ਜੋੜੇ ਗਏ ਸੀ ਕਿ ਕਿਹੜੇ ਕਿਹੜੇ? ਏਕਤਾ, ਅਖੰਡਤਾ, ਧਰਮ ਨਿਰਪੇਖਤਾ ਅਤੇ ਸਮਾਜਵਾਦੀ। ਇਹ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਆਮ ਕਰਕੇ ਪੇਪਰਾਂ ਵਿੱਚ, ਵੱਡੇ ਤੋਂ ਵੱਡੇ ਪੇਪਰ ਵਿੱਚ, ਛੋਟੇ ਤੋਂ ਛੋਟੇ ਪੇਪਰ ਵਿੱਚ ਪੁੱਛੇ ਜਾਂਦੇ ਆ। ਠੀਕ ਹੈ ਜੀ, ਏਕਤਾ, ਅਖੰਡਤਾ, ਧਰਮ ਨਿਰਪੇਖਤਾ, ਸਮਾਜਵਾਦੀ ਸ਼ਬਦ 42ਵੇਂ ਸੰਸ਼ੋਧਨ ਵਿੱਚ ਤਹਿਤ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ। ਠੀਕ ਹੈ ਜੀ, ਇਹ ਸਾਰੇ ਜਾਣੇ ਗੱਲ ਨੋਟ ਕਰ ਲੈਣੀ ਆ। ਅਤੇ ਇੱਕ ਹੋਰ ਕੀ ਕੀਤਾ ਗਿਆ ਸੀ? ਇੱਕ ਕੀਤਾ ਗਿਆ ਸੀ ਵੀ ਜੇ ਕੋਈ ਮੂਲ ਕਰਤੱਵ ਸਭ ਤੋਂ ਉੱਚੇ ਹੁੰਦੇ ਆ ਦੇਸ਼ ਵਿੱਚ। ਸਭ ਤੋਂ ਉੱਚੇ ਕੀ ਮੰਨੇ ਜਾਂਦਾ? ਮੂਲ ਕਰਤੱਵ ਮੰਨੇ ਜਾਂਦੇ ਆ। ਜੇ ਕੋਈ ਮੂਲ ਕਰਤੱਵਾਂ ਦਾ ਵੀ ਕੋਈ ਗਲਤ ਕੰਮ ਕਰੇ, ਵੀ ਕੁਛ ਵਿਸ਼ੇਸ਼ ਪਰਿਸਥਿਤੀਆਂ ਵਿੱਚ ਮੂਲ ਕਰਤੱਵਾਂ ਤੋਂ ਵੀ ਉੱਤੇ ਉੱਠ ਕੇ ਜਿਹੜੀ ਆਪਣੀ ਸਰਕਾਰ ਹੈਗੀ, ਇਹ ਨੀਤੀ ਨਿਰਦੇਸ਼ਾਂ ਦੁਆਰਾ, ਆਪਣੇ ਦੁਆਰਾ ਮੂਲ ਕਰਤੱਵਾਂ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਵੱਧ ਮਹੱਤਵ ਦੇ ਸਕਦੀ ਆ ਨੀਤੀ ਨਿਰਦੇਸ਼ਾਂ ਨੂੰ। ਜਿਵੇਂ ਅੱਜ ਕੱਲ੍ਹ ਹੋ ਹੀ ਰਿਹਾ ਗਾ, ਸਰਕਾਰ ਮੂਲ ਕਰਤੱਵਾਂ ਤੋਂ ਉੱਤੇ ਉੱਠ ਕੇ ਨੀਤੀ ਨਿਰਦੇਸ਼ਾਂ ਤੋਂ ਵੱਧ ਮਹੱਤਵ ਦੇ ਸਕਦੇ ਆ ਮੂਲ ਕਰਤੱਵਾਂ ਤੋਂ। ਠੀਕ ਆ ਜੀ, ਇਹ ਗੱਲ ਤੁਸੀਂ ਸਾਰੇ ਜਾਣੇ ਨੇ ਨੋਟ ਕਰ ਲੈਣੀ ਆ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 5 ਦੇਖੋ ਜੀ। ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਮੂਲ ਅਧਿਕਾਰਾਂ ਦੀ ਸੰਖਿਆ 7 ਤੋਂ 6 ਕਰ ਦਿੱਤੀ ਗਈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਪਣਾ। ਹਾਂਜੀ, ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਮੂਲ ਅਧਿਕਾਰਾਂ ਦੀ ਸੰਖਿਆ 7 ਤੋਂ 6 ਕਰ ਦਿੱਤੀ ਗਈ? ਹਾਂਜੀ, ਕਿਹੜੇ? ਤਾਂ ਇੱਥੇ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ, 44ਵੇਂ। ਠੀਕ ਆ ਜੀ, 44ਵੇਂ। ਅਤੇ ਤੁਹਾਨੂੰ ਇਹਨੂੰ ਯਾਦ ਕਰਨ ਦਾ ਤਰੀਕਾ ਦੇਖ ਲਓ ਜੀ। ਮੂਲ ਅਧਿਕਾਰ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ? ਫੰਡਾਮੈਂਟਲ ਰਾਈਟ ਕਹਿੰਦੇ ਹੁੰਦੇ ਆ। FR ਲਿਖ ਲਓ। ਠੀਕ ਆ ਜੀ, ਫੰਡਾਮੈਂਟਲ ਰਾਈਟ। ਠੀਕ ਆ ਜੀ, ਮੂਲ ਅਧਿਕਾਰ ਆਹੀ ਕਹਿੰਦੇ ਅੰਗਰੇਜ਼ੀ 'ਚ। F ਨੂੰ 4 ਮੰਨ ਲਓ, R ਨੂੰ 4 ਮੰਨ ਲਓ। ਬਸ ਤੁਸੀਂ ਜੋ ਵੀ ਅਸੀਂ F 4 ਹੁੰਦੀ ਆ, R 4 ਹੁੰਦੀ ਆ, ਇੱਥੋਂ ਤੁਹਾਡਾ 44 ਯਾਦ ਹੋ ਜੂ। ਬਸ ਇਸ ਤਰ੍ਹਾਂ ਯਾਦ ਕਰਨਾ। ਠੀਕ ਆ ਜੀ, F ਨੂੰ 4 ਮੰਨ ਲਓ, R ਨੂੰ 4 ਮੰਨ ਲਓ। ਬਸ ਇੰਨਾ ਤੁਸੀਂ ਯਾਦ ਕਰਨਾ। F ਫੰਡਾਮੈਂਟਲ, R ਰਾਈਟਸ। ਬਸ ਇੱਦਾਂ ਤੁਹਾਡਾ 44 ਨੰਬਰ ਯਾਦ ਹੋ ਜੂ। ਠੀਕ ਆ ਜੀ, ਇਹ ਕਦੋਂ ਹੋਇਆ ਸੀ? ਇਹ 1978 ਵਿੱਚ ਹੋਇਆ ਸੀ। ਠੀਕ ਆ ਜੀ, 1978 ਵਿੱਚ ਹੋਇਆ ਸੀ। ਇਹ ਵੀ ਨੋਟ ਕਰ ਲਓ। ਜਿੰਨੇ ਵੀ ਕਰਾ ਰਿਹਾ ਤੁਹਾਨੂੰ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਠੀਕ ਆ ਜੀ, ਸਾਰਿਆਂ ਨੂੰ ਨੋਟ ਕਰ ਲੈਣਾ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 6 ਦੇਖੋ ਜੀ। 52ਵਾਂ ਸੰਵਿਧਾਨ ਸੰਸ਼ੋਧਨ ਨੂੰ ਕਿਸ ਅਨੁਸੂਚੀ ਵਿੱਚ ਰੱਖਿਆ ਗਿਆ ਹੈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਜੀ, 52 ਸੰਵਿਧਾਨ ਸੰਸ਼ੋਧਨ ਨੂੰ ਕਿਸ ਅਨੁਸੂਚੀ ਵਿੱਚ ਰੱਖਿਆ ਗਿਆ ਹੈ? ਤਾਂ ਜੀ ਇੱਥੇ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ B, 10ਵੀਂ ਅਨੁਸੂਚੀ ਵਿੱਚ ਰੱਖਿਆ ਗਿਆ। ਠੀਕ ਹੈ ਜੀ, ਅਤੇ ਇਹਨੂੰ ਕਿਵੇਂ ਯਾਦ ਕਰਨਾ? ਤੁਹਾਨੂੰ ਸਾਰਿਆਂ ਨੂੰ ਪਤਾ ਵੀ ਨੇਤਾ ਆਉਂਦੇ ਹੁੰਦੇ ਆਪਣੇ ਵੋਟ ਮੰਗਣ। ਠੀਕ ਆ ਜੀ, ਵੋਟਾਂ ਵੇਲੇ ਆਪਾਂ ਨੂੰ ਸਾਰਿਆਂ ਨੂੰ ਪਤਾ ਗਾ, ਇਹ ਜਿਹੜੇ ਨੇਤਾ ਹੁੰਦੇ ਹੈਗੇ ਦਲ ਬਦਲੂ ਹੁੰਦੇ ਆ, ਰਾਜਨੀਤਿਕ ਦਲ ਬਦਲੂ ਹੁੰਦੇ ਆ। ਠੀਕ ਆ ਜੀ, ਰਾਜਨੀਤਿਕ ਦਲ ਬਦਲੂ ਹੁੰਦੇ ਆ, ਤੁਹਾਨੂੰ ਪਤਾ ਕਦੇ ਇਹਦੇ ਦਲ 'ਚ ਕਦੇ ਇਹ ਦਲ 'ਚ ਹੁੰਦੇ ਹੈਗੇ ਨੇਤਾ। ਅਤੇ ਕੀ ਕਹਿੰਦੇ ਹੁੰਦੇ ਆ ਕਿ ਆਪਾਂ ਤੋਂ ਕੀ ਮੰਗਦੇ ਹੁੰਦੇ ਆ? ਸਾਨੂੰ 5 ਸਾਲ ਲਈ ਵੋਟ ਦਿਓ, ਸਾਨੂੰ 5 ਸਾਲ ਲਈ ਵੋਟ ਦਿਓ, ਆਹੀ ਕੁਛ ਮੰਗਦੇ ਹੁੰਦੇ ਆਪਾਂ ਤੋਂ। ਤਾਂ ਤੁਸੀਂ 52 ਕਿਵੇਂ ਯਾਦ ਰੱਖਣਾ? 5 ਸਾਲ ਲਈ ਵੋਟ ਦਿਓ, 5 ਸਾਲ ਲਈ ਵੋਟ ਦਿਓ। ਬਸ ਯਾਦ ਹੋ ਗਿਆ। ਕੀ ਕਹਿੰਦੇ ਹੁੰਦੇ ਆਪਾਂ ਨੂੰ ਆ ਕੇ? 5 ਸਾਲ ਲਈ ਵੋਟ ਦਿਓ। ਅਤੇ ਤੁਹਾਨੂੰ ਕੀ ਪਤਾ ਹੈ ਕੀ ਬਦਲਦਾ? ਰਾਜਨੀਤਿਕ ਦਲ ਬਦਲੂ, ਰਾਜਨੀਤਿਕ ਦਲ ਬਦਲੂ। ਠੀਕ ਆ ਜੀ, ਤਾਂ ਤੁਹਾਨੂੰ ਕਿਵੇਂ ਯਾਦ ਹੋਊਗਾ 52ਵਾਂ ਸੰਸ਼ੋਧਨ? ਕਿਵੇਂ ਯਾਦ ਹੋਊ? ਕੀ ਆ ਕੇ ਕਹਿੰਦੇ ਹੁੰਦੇ ਆਪਾਂ ਨੂੰ? 5 ਸਾਲ ਲਈ ਸਾਨੂੰ 5 ਸਾਲ ਲਈ ਵੋਟ ਦਿਓ। 52 ਨੰਬਰ ਯਾਦ ਹੋ ਗਿਆ ਬਸ। ਅਤੇ ਕੀ ਹੁੰਦੇ ਹੈਗੇ? ਰਾਜਨੀਤਿਕ ਦਲ ਬਦਲੂ ਹੁੰਦੇ ਆ। ਤਾਂ 52ਵੇਂ ਸੰਵਿਧਾਨ ਸੰਸ਼ੋਧਨ ਵਿੱਚ ਕੀ ਕਿਹਾ ਗਿਆ? ਰਾਜਨੀਤਿਕ ਦਲ ਬਦਲੂ ਬਾਰੇ ਕਿਹਾ ਗਿਆ। ਠੀਕ ਆ ਜੀ, ਰਾਜਨੀਤਿਕ ਦਲ ਬਦਲਣ ਬਾਰੇ 52ਵੇਂ ਸੰਸ਼ੋਧਨ ਵਿੱਚ ਦੱਸਿਆ ਗਿਆ। ਠੀਕ ਆ ਜੀ, ਬਸ ਕੀ ਯਾਦ ਹੋ ਗਿਆ ਤੁਹਾਨੂੰ? ਇੱਕ ਨੇਤਾ ਤੋਂ ਜਿਹੜੇ ਵੋਟ ਮੰਗਣ ਆਉਂਦਾ, ਝੂਠੇ ਵਾਅਦੇ ਕਰਕੇ, ਸਾਨੂੰ ਪਤਾ ਵੀ ਉਹ ਦਲ ਬਦਲੂ ਹੁੰਦੇ ਹੈਗੇ, ਉਹ ਤੋਂ ਆਪਾਂ ਨੂੰ ਯਾਦ ਹੋ ਗਿਆ ਬਸ ਆਹ। ਠੀਕ ਆ ਜੀ, 5 ਸਾਲ ਲਈ ਵੋਟ ਦਿਓ, ਸਾਨੂੰ ਪਤਾ ਵੀ ਰਾਜਨੀਤਿਕ ਦਲ ਬਦਲੂ ਹੁੰਦੇ ਨੇਤਾ। ਤਾਂ 52ਵੇਂ ਸੰਸ਼ੋਧਨ ਵਿੱਚ ਕੀ ਕਿਹਾ ਗਿਆ? ਰਾਜਨੀਤਿਕ ਦਲ ਬਦਲਣ ਬਾਰੇ ਕਿਹਾ ਗਿਆ। ਬਸ ਇੰਨੀ ਕੁ ਚੀਜ਼ ਆ ਤੁਹਾਡੇ ਯਾਦ ਹੋ ਗਿਆ। ਇੱਕ ਚੀਜ਼ ਹੋਰ ਯਾਦ ਕਰ ਲਓ, 52 ਸੰਸ਼ੋਧਨ ਨਾਲ ਕਦੋਂ ਹੋਇਆ ਸੀ ਇਹ? ਬਸ ਇਹ 1985 ਵਿੱਚ ਹੋਇਆ ਸੀ। ਤੁਹਾਨੂੰ ਸੀਰੀਜ਼ ਵਾਰੀ ਕਰਾ ਰਿਹਾ ਮੈਂ, ਤਾਂ ਕਰਕੇ ਆਪਣਾ ਟਾਈਮ ਵੱਧਦਾ ਜਾ ਰਿਹਾ, ਤੁਹਾਨੂੰ ਯਾਦ ਰੱਖਣ ਵਿੱਚ ਸੌਖ ਹੋ ਜੂ। ਠੀਕ ਆ ਜੀ, 1985 ਵਿੱਚ ਹੋਇਆ ਸੀ, ਇਹ ਵੀ ਤੁਸੀਂ ਨੋਟ ਕਰ ਲਓ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 7 ਦੇਖੋ। ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਵੋਟ ਪਾਉਣ ਦੀ ਸੀਮਾ 21 ਸਾਲ ਤੋਂ ਘਟਾ ਕੇ 18 ਕਰ ਦਿੱਤੀ ਗਈ? ਹਾਂਜੀ, ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਵੋਟ ਪਾਉਣ ਦੀ ਸੀਮਾ 21 ਸਾਲ ਤੋਂ ਘਟਾ ਕੇ 18 ਕਰ ਦਿੱਤੀ ਗਈ? ਬਹੁਤ ਹੀ ਜਿੰਨਾ ਵੀ ਕਹਦੋ ਉਨਾ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਪਣਾ, ਆਮ ਕਰਕੇ ਪੇਪਰਾਂ ਵਿੱਚ ਪੁੱਛਿਆ ਜਾਂਦਾ। ਠੀਕ ਆ ਜੀ, ਹਾਂਜੀ, ਕਿਹੜੇ ਆ ਜੂ? ਤਾਂ ਇੱਥੇ ਤੁਹਾਡਾ ਆਪਸ਼ਨ ਨੰਬਰ D, 61 ਨੰਬਰ ਬਿਲਕੁਲ ਰਾਈਟ ਆਨਸਰ ਆ ਜੂ। ਠੀਕ ਆ ਜੀ, ਇਹਨੂੰ ਕਿਵੇਂ ਯਾਦ ਕਰਨਾ? ਵੀ ਮੰਨ ਲਓ ਵੀ ਤੁਸੀਂ ਜਿਹੜਾ ਆਪਣਾ ਧੋਨੀ ਸੀਗਾ, ਧੋਨੀ ਕ੍ਰਿਕਟਰ,
ਇਹ ਛੋਟੀ ਉਮਰ ਵਿੱਚ ਵੀ 18 ਸਾਲ ਤੋਂ ਪਹਿਲਾਂ ਹੀ ਛੱਕੇ ਮਾਰ ਲੱਗ ਗਿਆ ਜੀ, ਗਰਾਊਂਡ 'ਚ ਬਹੁਤ ਵਧੀਆ ਖੇਡਣ ਲੱਗ ਗਿਆ ਸੀ। ਜਦੋਂ ਇੰਨਾ ਵਧੀਆ ਖੇਡਣ ਲੱਗ ਗਿਆ, ਇਹਨੂੰ ਸਾਰੇ ਦੇਖ ਕੇ ਕਹਿੰਦੇ ਯਾਰ ਨਾ ਫਿਰ ਤਾਂ ਯਾਰ ਵੋਟ ਪਾਉਣ ਦਾ ਅਧਿਕਾਰ 21 ਤੋਂ 18 ਕਰ ਦਿਓ, ਠੀਕ ਆ, 21 ਤੋਂ 18 ਕਰ ਦਿਓ। ਤਾਂ ਵੋਟ ਪਾਉਣ ਦਾ ਅਧਿਕਾਰ 21 ਤੋਂ 18 ਕਰਤਾ, ਅਤੇ ਵੀ ਛੱਕੇ ਮਾਰਦਾ ਸੀ ਉਹ, ਛੱਕੇ ਮਾਰਦਾ ਸੀ, ਠੀਕ ਆ ਵੀ ਛੱਕੇ ਮਾਰਦਾ ਸੀ। ਹਾਂ ਵੀ ਛੱਛੇ 'ਤੇ ਕੀ ਹੁੰਦਾ ਆਪਣਾ 6, ਕੱਕਾ ਕੇ ਸੱਕੇ, ਈੜੀ ਦੀ ਆਵਾਜ਼ ਆਉਂਦੀ ਆ, 1 ਲਿਖ ਦਿਓ ਫਿਰ 61 ਨੰਬਰ। ਤਾਂ ਤੁਹਾਡਾ ਇਹ ਕੀ ਤੋਂ ਯਾਦ ਹੋ ਗਿਆ, ਵੋਟ ਪਾਉਣ ਦਾ ਅਧਿਕਾਰ 61 ਨੰਬਰ ਆਰਟੀਕਲ ਕੀ ਤੋਂ ਯਾਦ ਹੋ ਗਿਆ, ਛੱਕੇ ਮਾਰਨ ਤੋਂ ਯਾਦ ਹੋ ਗਿਆ। ਤੂੰ ਇੰਨੀ ਛੋਟੀ ਉਮਰ ਵਿੱਚ ਛੱਕੇ ਮਾਰਦਾ ਸੀਗਾ। ਛੱਛੇ ਦਾ ਆਪਣਾ ਛੀਕਾ ਆ ਗਿਆ, ਕੇ ਸੱਕੇ ਈੜੀ ਆ ਗਈ ਆਪਣੀ, 1 ਲਾਤਾ ਮੈਂ ਉਰੇ, ਛੱਕੇ ਮਾਰਦਾ ਸੀ, 61 ਨੰਬਰ ਆ ਗਿਆ ਆਪਣਾ। 61 ਨੰਬਰ ਯਾਦ ਕਿਵੇਂ ਹੋ ਗਿਆ, ਛੱਕੇ ਮਾਰਦਾ ਸੀ। ਕੀ ਇੱਥੇ ਆ ਜੂ ਤੁਹਾਨੂੰ 21 ਸਾਲ ਤੋਂ 18 ਸਾਲ ਤੋਂ ਛੋਟਾ ਹੁੰਦਾ ਹੀ ਮਾਰਦਾ ਸਿੱਕੇ, ਤਾਂ ਕਰਕੇ 21 ਸਾਲ ਤੋਂ ਬਈ ਉਹਦੀ ਬਹਾਦਰੀ ਦੇਖ ਕੇ ਹੋਏ 18 ਕਰਦੇ ਸੀ ਵੋਟ ਪਾਉਣ ਦੀ ਉਮਰ। ਦੇਖੋ ਕਿੰਨੇ ਸੌਖੇ ਤਰੀਕੇ ਨਾਲ ਯਾਦ ਹੋ ਗਿਆ। ਤੁਸੀਂ ਬਸ ਜਦੋਂ ਵੀ ਆਉਣਾ ਆਪਰੇਸ਼ਨ ਤੁਹਾਨੂੰ ਕੀ ਯਾਦ ਰੱਖਣਾ ਵੀ ਧੋਨੀ ਛੱਕੇ ਮਾਰਦਾ ਸੀਗਾ 18 ਸਾਲ ਤੋਂ ਪਹਿਲਾਂ ਹੀ। ਤੁਸੀਂ ਕੀ ਸਮਝ ਜਾਓਗੇ ਵੀ ਹਾਂ 61 ਨੰਬਰ ਆਰਟੀਕਲ ਬਾਰੇ ਗੱਲ ਹੋ ਰਹੀ ਹੈਗੀ, 61 ਨੰਬਰ ਸੰਸ਼ੋਧਨ ਬਾਰੇ ਗੱਲ ਹੋ ਰਹੀ ਹੈਗੀ ਕਿ ਵੀ ਵੋਟ ਪਾਉਣ ਦੀ ਘੱਟ ਕਰ ਦਿੱਤੀ ਸੀਗੀ ਉਮਰ। ਬਸ ਇੰਨੀ ਯਾਦ ਰੱਖਣਾ, ਤੁਹਾਡੇ ਯਾਦ ਹੋ ਗਿਆ। ਇਹਦੇ ਨਾਲ ਸੰਬੰਧਿਤ ਇੱਕ ਗੱਲ ਹੋਰ ਯਾਦ ਰੱਖ ਲਓ, ਕਦੋਂ ਹੋਇਆ ਸੀ ਬਸ ਇਹ 1988 ਵਿੱਚ ਹੋਇਆ ਸੀ। ਬਸ ਯਾਦ ਹੋ ਗਿਆ ਜੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 8 ਦੇਖੋ ਜੀ। 73 ਨੰਬਰ ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ, 73 ਨੰਬਰ ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ। ਹਾਂਜੀ ਕੀ ਕੀਤਾ ਗਿਆ ਸੀ ਬਈ ਆਪਣੇ ਦੇਖੋ ਜਿਹੜੀ ਸਰਕਾਰ ਕੀ ਕਹਿੰਦਾ ਭਾਰਤ ਆ, ਇੱਥੇ ਸਾਰਿਆਂ ਨਾਲੋਂ ਵੱਧ ਪਿੰਡਾਂ ਦੀ ਸੰਖਿਆ, ਠੀਕ ਆ ਜੀ, ਪਿੰਡਾਂ ਦੀ ਸੰਖਿਆ। ਤਾਂ ਸਰਕਾਰ ਕੀ ਕਰੂ, ਪਹਿਲਾਂ ਪਿੰਡਾਂ ਦਾ ਵਿਕਾਸ ਕਰਨਾ ਚਾਹੂ ਕੋਈ ਵੀ ਸਰਕਾਰ, ਕਿਉਂਕਿ ਵੋਟਾਂ ਲੈਣੀਆਂ ਨਾ ਉਹਨੇ ਅਗਲੇ ਸਾਲ, ਤਾਂ ਕਰਕੇ ਉਹਨਾਂ ਨੂੰ ਪਿੰਡਾਂ ਦਾ ਵਿਕਾਸ ਕਰਨਾ ਚਾਹੂ ਕੋਈ ਵੀ ਸਰਕਾਰ, ਠੀਕ ਆ ਜੀ, ਪਿੰਡਾਂ ਦਾ ਵਿਕਾਸ ਕਰਨਾ ਚਾਹੂਗੀ। ਸਭ ਤੋਂ ਵੱਧ ਆਪਣੇ ਪਿੰਡ ਨੇਗੇ, ਤਾਂ ਵੀ ਸਭ ਤੋਂ ਪਹਿਲਾਂ ਪਿੰਡਾਂ ਦਾ ਵਿਕਾਸ ਕਰਨਾ। ਕੀ ਹੋਇਆ ਸੀ ਫਿਰ 73ਵੇਂ ਸੰਵਿਧਾਨ ਸੰਸ਼ੋਧਨ ਤਹਿਤ ਪੰਚਾਇਤੀ ਰਾਜ ਨੂੰ ਜੋੜਿਆ ਗਿਆ ਸੀ। ਜੇ ਪੰਚਾਇਤਾਂ ਨੂੰ ਬਣਾਇਆ ਜਾਊਗਾ ਫਿਰ ਹੀ ਪਿੰਡਾਂ ਦਾ ਵਿਕਾਸ ਹੋਊ। ਪੰਚਾਇਤਾਂ ਹੀ ਕਰਨਗੀਆਂ, ਸਰਪੰਚ ਪੰਚ ਸਾਰੇ ਮੈਂਬਰ ਮਿਲ ਕੇ ਫਿਰ ਹੀ ਕਰਨਗੇ। ਤੁਹਾਡੇ ਯਾਦ ਹੋ ਗਿਆ ਬਸ, ਪਹਿਲਾਂ ਪਿੰਡਾਂ ਦਾ ਵਿਕਾਸ ਕਰੋ, ਪੰਚਾਇਤੀ ਰਾਜ ਜੋੜਿਆ ਗਿਆ ਸੀ 73 ਨੰਬਰ ਆਰਟੀਕਲ ਤਹਿਤ, ਐਂ ਯਾਦ ਹੋ ਜਾਂਦਾ, ਠੀਕ ਆ ਜੀ। ਅਤੇ ਕਦੋਂ ਹੋਇਆ ਸੀ ਇਹ ਯਾਦ ਰੱਖ ਲਓ, 1992 ਵਿੱਚ ਹੋਇਆ ਸੀ। ਬਸ ਠੀਕ ਆ, ਯਾਦ ਹੋ ਗਿਆ ਬਸ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ 74 ਨੰਬਰ ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ ਸੀ। ਹਾਂਜੀ 74 ਨੰਬਰ ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ ਸੀ। ਹਾਂਜੀ ਕੀ ਕੀਤਾ ਗਿਆ ਸੀ ਤਾਂ ਜੀ ਪਹਿਲਾਂ ਦੇਖੋ, ਪਹਿਲਾਂ ਪਿੰਡਾਂ ਦਾ ਵਿਕਾਸ ਕਰੂ ਸਰਕਾਰ, ਪਹਿਲਾਂ ਪਿੰਡਾਂ ਦਾ ਕਰੂ, ਫਿਰ ਸ਼ਹਿਰਾਂ ਦਾ ਵੀ ਕਰੂਗੀ, ਫਿਰ ਸ਼ਹਿਰਾਂ ਦਾ ਵਿਕਾਸ ਵੀ ਕਰੂ, ਸ਼ਹਿਰਾਂ 'ਤੇ ਵੀ ਵੋਟਾਂ ਲੈਣੀਆਂ ਨੇ, ਠੀਕ ਆ ਜੀ, ਫਿਰ ਸ਼ਹਿਰਾਂ ਦਾ ਵਿਕਾਸ ਕਰੂਗੀ। ਅਤੇ ਜਿਹੜੇ ਸ਼ਹਿਰਾਂ ਦਾ ਵਿਕਾਸ ਕਰੂ, ਹੁਣ ਫਿਰ ਤੁਹਾਨੂੰ ਯਾਦ ਹੀ ਹੈਗਾ ਕੀ ਜੋੜਿਆ ਗਿਆ ਸੀ, ਉਰੇ ਗਲਤ ਲਿਖਿਆ, ਔਰ ਪੰਚਾਇਤੀ ਰਾਜ ਨਹੀਂ ਆਉਣਾ ਸੀ, ਉਰੇ ਆਊਗਾ ਜੀ ਮਿਊਨਸੀਪਲ ਕਾਰਪੋਰੇਸ਼ਨ, ਠੀਕ ਆ ਜੀ, ਤੁਸੀਂ ਕਰ ਲਿਓ, ਮਿਊਨਸੀਪਲ ਕਾਰਪੋਰੇਸ਼ਨ ਆਊ। ਨਗਰ ਪਾਲਿਕਾ ਨੂੰ 74 ਨੰਬਰ ਸੰਸ਼ੋਧਨ ਤਹਿਤ ਜੋੜਿਆ ਗਿਆ ਸੀ। ਬਸ ਆਹ ਤੁਸੀਂ ਗਲਤ ਹੈਗਾ, ਤੁਸੀਂ ਮਿਊਨਸੀਪਲ ਕਾਰਪੋਰੇਸ਼ਨ ਆਊਗੀ ਉਰੇ, ਨਗਰ ਪਾਲਿਕਾ ਨੂੰ 74 ਨੰਬਰ ਸੰਸ਼ੋਧਨ ਤਹਿਤ ਜੋੜਿਆ ਗਿਆ ਸੀ, ਠੀਕ ਆ ਜੀ। ਇਹ ਤੁਸੀਂ ਯਾਦ ਰੱਖਣਾ। ਕਦੋਂ ਹੋਇਆ ਸੀ ਬਸ ਇਹ ਵੀ ਆਪਣਾ 1992 ਵਿੱਚ ਹੋਇਆ ਸੀ। ਇਹ ਤੁਸੀਂ ਯਾਦ ਰੱਖ ਲਓ ਬਸ, ਸਾਰਿਆਂ ਨੇ ਯਾਦ ਰੱਖ ਲਿਆ। ਅਤੇ ਇਹ ਕਿਹੜੀ ਅਨੁਸੂਚੀ ਵਿੱਚ ਜੋੜਿਆ ਗਿਆ ਸੀ, ਇਹ 12ਵੀਂ ਅਨੁਸੂਚੀ ਵਿੱਚ ਜੋੜਿਆ ਗਿਆ ਸੀ। ਬਸ ਇੰਨੀ ਕੁ ਯਾਦ ਰੱਖਣਾ। ਤੁਹਾਨੂੰ ਅਨੁਸੂਚੀਆਂ ਵੀ ਕਰਾਵਾਂਗੇ ਟ੍ਰਿਕ ਨਾਲ, ਤੁਹਾਡੇ 5 ਮਿੰਟ ਵਿੱਚ ਸਾਰੀਆਂ ਅਨੁਸੂਚੀਆਂ ਵਿੱਚ ਕੀ ਇਹ ਯਾਦ ਹੋ ਜਾਊਗਾ, ਠੀਕ ਆ ਜੀ। ਅਗਲੀ ਵੀਡੀਓ ਸ਼ਾਇਦ ਇਹ 'ਤੇ ਹੀ ਆਊਗੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 10 ਦੇਖੋ। ਮੰਤਰੀ ਪਰਿਸ਼ਦ ਨਾਲ ਸੰਬੰਧਿਤ ਸੰਸ਼ੋਧਨ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਕੀਤਾ ਗਿਆ। ਹਾਂਜੀ ਕਿਹੜੇ ਤਹਿਤ ਕੀਤਾ ਗਿਆ, ਤਾਂ ਤੁਹਾਡਾ ਆਪਸ਼ਨ ਨੰਬਰ ਡੀ 91 ਤਹਿਤ ਬਿਲਕੁਲ ਰਾਈਟ ਆਨਸਰ ਆ ਜਾਊ, ਠੀਕ ਆ ਜੀ। ਕੀ ਕੀਤਾ ਗਿਆ ਸੀ, ਇਹਦੇ ਤਹਿਤ ਕੀਤਾ ਗਿਆ ਸੀ ਵੀ ਜਿਹੜਾ ਆਪਣੀ ਲੋਕ ਸਭਾ ਗਈ, ਲੋਕ ਸਭਾ ਪਲੱਸ ਰਾਜ ਸਭਾ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦਾ 15% ਹਿੱਸਾ ਮੰਤਰੀ ਪਰਿਸ਼ਦ ਹੋਊਗਾ, ਠੀਕ ਹੈ ਜੀ। ਉਹਨਾਂ ਦਾ 15% ਹਿੱਸਾ ਮੰਤਰੀ ਪਰਿਸ਼ਦ ਹੋਊਗਾ, ਠੀਕ ਹੈ ਜੀ, ਮੰਤਰੀ ਪਰਿਸ਼ਦ ਹੋਊਗਾ। ਇਹ ਤੁਸੀਂ ਨੋਟ ਕਰ ਲਓ ਸਾਰੇ ਜਾਣੇ। ਲੋਕ ਸਭਾ ਅਤੇ ਰਾਜ ਸਭਾ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦਾ 15% ਹਿੱਸਾ ਮੰਤਰੀ ਪਰਿਸ਼ਦ ਹੋਊਗਾ। ਇਹ 91 ਨੰਬਰ ਸੰਸ਼ੋਧਨ ਤਹਿਤ ਕਿਹਾ ਗਿਆ ਸੀ। ਕਦੋਂ ਹੋਇਆ ਸੀ ਇਹ 2003 ਵਿੱਚ ਹੋਇਆ ਸੀ। ਬਸ ਤੁਸੀਂ ਨੋਟ ਕਰ ਲਓ 2003 ਵਿੱਚ ਹੋਇਆ ਸੀ। ਸਾਰੇ ਤੁਹਾਨੂੰ ਸੀਰੀਜ਼ ਵਾਈਜ਼ ਕਰਾ ਰਿਹਾ, ਇਸ ਕਰਕੇ ਤੁਹਾਡੇ ਯਾਦ ਹੋਣੇ ਚਾਹੀਦੇ ਆ, ਠੀਕ ਹੈ ਜੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 11 ਦੇਖੋ। ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਭਾਸ਼ਾਵਾਂ ਦੀ ਸੰਖਿਆ ਵਧਾ ਕੇ 22 ਕਰ ਦਿੱਤੀ ਗਈ। ਹਾਂਜੀ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਭਾਸ਼ਾਵਾਂ ਦੀ ਸੰਖਿਆ ਵਧਾ ਕੇ 22 ਕਰ ਦਿੱਤੀ ਗਈ। ਤਾਂ ਇੱਥੇ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਏ। 92 ਨੰਬਰ ਸੰਵਿਧਾਨ ਸੰਸ਼ੋਧਨ ਤਹਿਤ ਭਾਸ਼ਾਵਾਂ ਦੀ ਸੰਖਿਆ ਵਧਾ ਕੇ 22 ਕਰ ਦਿੱਤੀ ਗਈ। ਪਹਿਲਾਂ ਕਿੰਨੀ ਹੁੰਦੀ ਸੀ 18 ਹੁੰਦੀ ਸੀ, ਠੀਕ ਆ ਜੀ। ਚਾਰ ਭਾਸ਼ਾਵਾਂ ਹੋਰ ਵਧਾਤੀਆਂ ਸੀ। ਕਿਹੜੀ ਵਧਾਤੀਆਂ ਸੀ? ਇੱਕ ਤਾਂ ਬਈ ਸ਼ਾਇਦ ਬੋੜੋ ਡੋਗਰੀ ਮੈਥਲੀ ਅਤੇ ਆਪਣੀ ਸੰਧਾਲੀ, ਠੀਕ ਆ ਜੀ।
ਬੋਰੋ, ਡੋਗਰੀ, ਮੈਥਲੀ ਅਤੇ ਸੰਧਾਲੀ। ਆ ਚਾਰ ਬੋੜੋ, ਡੋਗਰੀ, ਮੈਥਲੀ, ਸੰਧਾਲੀ ਆ ਚਾਰ ਭਾਸ਼ਾਵਾਂ ਜੋੜ ਦਿੱਤੀਆਂ ਗਈਆਂ ਸੀਗੀਆਂ ਅਤੇ ਇਹਨਾਂ ਨੂੰ 8ਵੀਂ ਅਨੁਸੂਚੀ ਵਿੱਚ ਰੱਖਿਆ ਗਿਆ ਸੀ। 8ਵੀਂ ਅਨੁਸੂਚੀ, ਠੀਕ ਆ ਜੀ। ਤਾਂ ਤੁਹਾਨੂੰ ਪੁੱਛਿਆ ਵੀ 8ਵੀਂ ਅਨੁਸੂਚੀ ਕਾਹਦੇ ਬਾਰੇ ਆ। ਹੁਣ ਤੁਹਾਨੂੰ ਪਤਾ ਵੀ ਭਾਸ਼ਾਵਾਂ ਉਹਦੇ ਵਿੱਚ ਜੋੜੀ ਗਈਆਂ ਸੀ, ਤਾਂ 8ਵੀਂ ਅਨੁਸੂਚੀ ਭਾਸ਼ਾਵਾਂ ਬਾਰੇ ਆਊਗੀ। ਤੁਹਾਨੂੰ ਅਨੁਸੂਚੀ ਮੈਂ ਜ਼ਰੂਰ ਕਰਾਊਂਗਾ, 5 ਤੋਂ 4 ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਅਨੁਸੂਚੀਆਂ ਯਾਦ ਹੋ ਜਾਣਗੀਆਂ। ਇਹ ਗੱਲ ਨੋਟ ਕਰ ਲਓ, ਠੀਕ ਆ ਜੀ। ਚਲੋ ਜੀ, ਇਹ ਕਿਹੜੇ ਸਾਲ ਵਿੱਚ ਹੋਇਆ ਸੀ ਇਹ ਵੀ ਨੋਟ ਕਰ ਲਓ। ਇਹ 2004 ਵਿੱਚ, ਠੀਕ ਆ ਜੀ, 2004 ਵਿੱਚ ਹੋਇਆ ਸੀ। 2004 ਵਿੱਚ ਹੋਇਆ ਸੀ, ਠੀਕ ਆ ਜੀ। ਸਾਰੇ ਜਾਣੇ ਨੇ ਇਹ ਵੀ ਨੋਟ ਕਰ ਲੈਣਾ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 12 ਦੇਖੋ। ਕੋਆਪਰੇਟਿਵ ਸੁਸਾਇਟੀ ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ। ਹਾਂਜੀ, ਜਿਹੜੀ ਕਹਿੰਦੇ ਕੋਆਪਰੇਟਿਵ ਸੁਸਾਇਟੀ ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ, ਠੀਕ ਆ ਜੀ। ਕਿਹੜੇ ਤਹਿਤ ਜੋੜਿਆ ਗਿਆ, ਤਾਂ ਇੱਥੇ ਤੁਹਾਡਾ ਆਪਸ਼ਨ ਨੰਬਰ B 97 ਤਹਿਤ ਜੋੜਿਆ ਗਿਆ। ਬਿਲਕੁਲ ਰਾਈਟ ਆਨਸਰ ਆ ਜੂ, ਠੀਕ ਆ ਜੀ। ਤਾਂ ਇਹਨਾਂ ਦੇ ਕੰਮਾਂ ਸਾਰੇ ਵੀ ਇਹਨਾਂ ਦਾ ਜਿਹੜਾ ਕੰਮਕਾਰ ਸਾਰੀ ਪ੍ਰਕਿਰਿਆ ਕਿਹਦੇ ਵਿੱਚ ਤਹਿਤ ਆਊਗੀ, 97 ਸੰਵਿਧਾਨ ਦੇ 97 ਸੰਸ਼ੋਧਨ ਤਹਿਤ ਜੋੜਿਆ ਗਿਆ ਸੀ, ਠੀਕ ਆ। ਸਾਰਾ ਕੁਛ, ਠੀਕ ਆ ਜੀ। ਕਦੋਂ ਹੋਇਆ ਸੀ ਇਹ, 2011 ਵਿੱਚ ਹੋਇਆ ਸੀ। ਸਹਿ ਸਹਿਕਾਰੀ ਕਹਿੰਦੇ ਆ, ਠੀਕ ਆ ਜੀ। ਇਹਨੂੰ ਕੋਆਪਰੇਟਿਵ ਨੂੰ ਸਹਿ ਸਹਿਕਾਰੀ ਕਹਿੰਦੇ ਹੈਗੇ ਪੰਜਾਬੀ 'ਚ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, 13ਵਾਂ ਪ੍ਰਸ਼ਨ ਦੇਖੋ ਜੀ। GST ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ, ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਵੀ ਇਹ। ਹਾਂਜੀ, ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ GST ਨੂੰ ਸੰਵਿਧਾਨ ਵਿੱਚ ਜੋੜਿਆ ਗਿਆ। ਤਾਂ ਇੱਥੇ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ B 101 ਨੰਬਰ। ਸੰਵਿਧਾਨ ਸੰਸ਼ੋਧਨ ਤਹਿਤ GST ਨੂੰ ਸੰਵਿਧਾਨ ਵਿੱਚ ਜੋੜਿਆ ਗਿਆ, ਠੀਕ ਆ ਜੀ। ਸਾਰਿਆਂ ਨੂੰ ਪਤਾ ਹੀ ਹੋਣਾ ਕਦੋਂ ਜੋੜਿਆ ਗਿਆ, 2016 ਵਿੱਚ ਜੋੜਿਆ ਗਿਆ, ਠੀਕ ਆ ਜੀ। ਅਤੇ GST ਦੀ ਫੁੱਲ ਫਾਰਮ ਗੁਡਸ ਐਂਡ ਸਰਵਿਸ ਟੈਕਸ, ਸਾਰਿਆਂ ਨੂੰ ਪਤਾ ਹੀ ਹੋਣਾ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, 14ਵਾਂ ਪ੍ਰਸ਼ਨ ਦੇਖੋ ਜੀ। 104 ਨੰਬਰ ਸੰਵਿਧਾਨ ਸੰਸ਼ੋਧਨ ਕਦੋਂ ਹੋਇਆ। 104 ਨੰਬਰ ਸੰਵਿਧਾਨ ਸੰਸ਼ੋਧਨ ਕਦੋਂ ਹੋਇਆ। ਹਾਂਜੀ, ਕਦੋਂ ਹੋਇਆ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੀ। ਇਹ ਹੋਇਆ ਵੀ ਆਪਣਾ ਜਨਵਰੀ 2020 ਵਿੱਚ ਹੋਇਆ। ਕੀ ਹੋਇਆ ਸੀ ਅੱਗੇ, ਜਿਹੜੇ ਰਾਸ਼ਟਰਪਤੀ ਹੈ, ਜਿਹੜਾ ਆਪਣਾ ਰਾਸ਼ਟਰਪਤੀ ਹੈਗਾ, ਰਾਸ਼ਟਰਪਤੀ ਇਹ ਅੱਗੇ ਲੋਕ ਸਭਾ ਵਿੱਚ 2 ਮੈਂਬਰ ਨਾਮਜ਼ਦ ਕਰਦਾ ਹੁੰਦਾ ਸੀ। ਵੀ ਜਿੰਨੇ ਵੀ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਵਿੱਚ 2 ਸੀ ਜਿਹੜੇ ਇਹ ਰਾਸ਼ਟਰਪਤੀ ਚੁਣਦਾ ਹੁੰਦਾ ਸੀ, ਠੀਕ ਆ ਜੀ। ਰਾਸ਼ਟਰਪਤੀ ਚੁਣਦਾ ਸੀ, ਉਹਨਾਂ ਨੂੰ ਬਸ ਕੈਂਸਲ ਕਰ ਦਿੱਤਾ। ਐਂਗਲੋ ਇੰਡੀਅਨ ਵਾਲੇ ਚੁਣਦਾ ਹੁੰਦਾ ਸੀਗਾ, ਉਹਨਾਂ ਨੂੰ ਕੈਂਸਲ ਕਰ ਦਿੱਤਾ। ਇਹ ਪ੍ਰਸ਼ਨ ਜ਼ਰੂਰ ਆ ਸਕਦਾ। ਕਦੋਂ ਕੀਤਾ ਗਿਆ, ਜਨਵਰੀ 2020 ਨੂੰ ਕੀਤਾ ਗਿਆ। 104 ਨੰਬਰ ਸੰਸ਼ੋਧਨ ਤਹਿਤ ਕੀਤਾ ਗਿਆ, ਬਸ ਇੰਨਾ ਹੀ ਯਾਦ ਰੱਖਣਾ, ਠੀਕ ਆ ਜੀ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 15 ਦੇਖੋ ਜੀ। ਕਿਹੜੀ ਪ੍ਰਕਿਰਿਆ ਨੂੰ ਸੰਵਿਧਾਨ ਸੰਸ਼ੋਧਨ ਦੁਆਰਾ ਨਹੀਂ ਬਦਲਿਆ ਜਾ ਸਕਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ, ਠੀਕ ਆ ਜੀ। ਕਿਹਨੂੰ ਨਹੀਂ ਬਦਲ ਸਕਦਾ, ਤਾਂ ਵੀ ਰਾਸ਼ਟਰਪਤੀ ਦਾ ਜਿਹੜਾ ਚੁਣਾਵ, ਰਾਸ਼ਟਰਪਤੀ ਨੂੰ ਚੁਣਨ ਦਾ ਤਰੀਕਾ, ਠੀਕ ਆ ਵੀ, ਉਹਨੂੰ ਕਦੇ ਨਹੀਂ ਬਦਲਿਆ ਜਾ ਸਕਦਾ। ਸੰਵਿਧਾਨ ਸੰਸ਼ੋਧਨ ਦੁਆਰਾ ਵੀ ਨਹੀਂ ਬਦਲਿਆ ਜਾ ਸਕਦਾ। ਹੋਰ ਬਾਕੀ ਸਾਰੀਆਂ ਚੀਜ਼ਾਂ ਨੂੰ ਬਦਲਿਆ ਜਾ ਸਕਦਾ, ਰਾਸ਼ਟਰਪਤੀ ਦੇ ਚੁਣਾਵ ਨੂੰ ਨਹੀਂ ਬਦਲਿਆ ਜਾ ਸਕਦਾ, ਠੀਕ ਆ ਜੀ। ਇਹ ਗੱਲ ਸਾਰਿਆਂ ਨੇ ਨੋਟ ਕਰ ਲੈਣੀ ਆ। ਚਲੋ ਜੀ, ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਕਿਹੜੇ ਸੰਸ਼ੋਧਨ ਤਹਿਤ ਸਮਾਜਵਾਦੀ ਸ਼ਬਦ ਨੂੰ ਪ੍ਰਸਤਾਵਨਾ ਵਿੱਚ ਜੋੜਿਆ ਗਿਆ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਇਹ ਆਪਣੀ ਜਿਹੜੀ ਚੈਨਲ ਦੀ ਉਹ ਆ ਗਈ ਰਿਵਾਜ਼, ਆਪਣੇ ਚੈਨਲ ਦਾ ਰਿਵਾਜ਼ ਹੀ ਲਾ ਲਓ ਵੀ ਐਂਡ ਵਾਲਾ ਪ੍ਰਸ਼ਨ ਤੁਸੀਂ ਆਨਸਰ ਦੇਣਾ ਹੁੰਦਾ, ਠੀਕ ਆ ਜੀ। ਤੁਸੀਂ ਆਨਸਰ ਦੇਣਾ ਹੁੰਦਾ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ। ਇਸ ਕਰਕੇ ਤੁਹਾਨੂੰ ਆਉਣਾ ਚਾਹੀਦਾ। ਇਹਦਾ ਆਨਸਰ ਕਮੈਂਟ ਕਰਕੇ ਰਾਈਟ ਕਰਿਓ, ਨਾਲੇ ਰੌਂਗ ਕਰੀ ਜਾਂਦੇ ਹੁੰਦੇ ਬਹੁਤ ਜਾਣੇ। ਰਾਈਟ ਕਰਿਓ ਆਨਸਰ, ਇੱਕ ਵਾਰੀ ਕਰਨਾ, ਚੀਟਿੰਗ ਨਹੀਂ ਕਰਨੀ, ਠੀਕ ਆ ਜੀ। ਤਾਂ ਠੀਕ ਹੈ, ਚਲੋ ਜੀ, ਫਿਰ ਆਪਾਂ ਅੱਜ ਦੀ ਵੀਡੀਓ ਇੱਥੇ ਸਟਾਰਟ ਕਰਦੇ ਹਾਂ। ਜਿੰਨੇ ਵੀ ਤੁਹਾਨੂੰ ਸੰਸ਼ੋਧਨ ਕਰਾਇਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਭਾਸ਼ਾ ਵਿੱਚ ਇਹੋ ਜਿਹੀ ਵੀਡੀਓ ਬਣਾਈ ਹੋਊਗੀ, ਠੀਕ ਆ ਜੀ। ਤੁਹਾਨੂੰ ਅਨੁਸੂਚੀਆਂ ਵੀ ਕਰਾਵਾਂਗੇ, ਭਾਗ ਵੀ ਕਰਾਵਾਂਗੇ। ਤੁਸੀਂ 5-5 ਮਿੰਟ ਵਿੱਚ ਤੁਹਾਡਾ ਯਾਦ ਹੋ ਜੂ, ਠੀਕ ਆ ਜੀ। ਹੋ ਸਕੇ ਤੁਹਾਨੂੰ ਮੈਥ ਦੀ ਵੀਡੀਓ ਵੀ ਜਲਦੀ ਪਾਵਾਂਗੇ। ਮੈਂ ਤੁਹਾਨੂੰ ਇੱਕੋ ਦਮ ਹੀ ਪਾ ਦਾਂਗੇ ਸਾਰੀ ਵੀਡੀਓ, ਠੀਕ ਆ ਜੀ। ਤਾਂ ਕਰਕੇ ਤੁਹਾਡਾ ਮੈਥ ਦਾ ਸਿਲੇਬਸ ਵੀ ਪੂਰਾ ਹੋ ਸਕੂਗਾ। ਚਲੋ ਜੀ, ਫਿਰ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਤੁਹਾਨੂੰ ਨੈਕਸਟ ਵੀਡੀਓ ਵਿੱਚ। ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਦਿਓ, ਠੀਕ ਆ ਜੀ। ਸਾਰਿਆਂ ਨੂੰ ਗੁੱਡ ਲੱਕ, ਧੰਨਵਾਦ।